ਪੈਟਰੀਅਨਸ ਬਹੁਤ ਅੱਛੇ ਵੈਰੀ ਗੁੱਡ ਪੈਟਰੀਅਨਸ ਨੂੰ ज्वाइन कर लो क्योंकि हाँ जी यू नो शबाना को पैट्रियंस बड़े पसंद थे जो वन लाइन है वो बताओ ਵਨ ਲਾਈਨ ਦੇਖੋ ਜੀ ਪਹਿਲੇ ਤੇ ਤੁਸੀਂ ਸ਼ੁਰੂ ਕਰੋ ਨਾ ਆਪਣਾ ਬੈਟਰੀ ਔਨ ਉਹਦੇ ਵਿੱਚ ਮੈਂ ਬੈਟਰੀਅਨ ਅੱਛਾ ਜੀ ਉਹਦੇ ਵਿੱਚ ਜਿਹੜਾ ਨਾ ਅਸੀਂ ਆਪਣਾ ਖਾਕਾ ਬਿਆਨ ਕਰਦੇ ਰਵਾਂਗੇ ਇਹ ਦੇਖ ਰਹੇ ਹੋ ਫਰੇਮ ਕੀ ਬੈਠਾ ਅੱਛਾ ਤੁਸੀਂ ਇਹ ਤਿਤਲੀਆਂ ਭੂਣਾ ਛੁਣਾ ਇਹ ਮੇਰਾ ਸੈੱਟ ਲੱਗਾ ਹੋਇਆ ਮੇਰੀ ਫਿਲਮ ਦਾ ਸੈੱਟ एक्सक्यूज मी ਮੈਨੂੰ ਲੱਗਦਾ ਮੇਰੇ ਵੇਗ ਜੀ ਕੀੜਾ ਵੜ ਗਿਆ ला के झाड़ ला यार की हो गया एक अलावा हर पासे तो कीड़ा है अस्सलाम वालेकुम खबरहार में खुश आमदेद मैं हूं आपका होस्ट आफ्ताब इकबाल ख़ुवातीन हज़रात माह रमज़ान में जानते हैं एक महल्ले का हाल मैं तेनू की दसना बेगम ना दही लैन जोगा बंदा ना दुध लैन जोगा हालात तेरे सामने ने पहले 2-2 किलो ले जा सी आधा किलो पाइया रह गया ओए होश करया करो तेरी शिकायत आंदी तू सोई जांदा होश करिਆ ਕਰ ਇੱਥੇ नहीं साहब जी मैं कितने सोना ਤੂੰ ਹਲੇ ਵੀ ਸੁੱਤਾ ਪਿਆ ਸੀ ਨੀਂਦ ਚ ਟੁਰ ਰਿਹਾ ਤੂੰ ਮੈਂ ਤੇਰੀਆਂ ਅੱਖਾਂ ਖਲਾਈਆਂ ਹਲਾ ਕੇ ਤੈਨੂੰ ਭਾਈ ਸਾਹਿਬ ਰੋਜ਼ਿਆਂ ਚ ਬਹੁਤੀਆਂ ਚੋਰੀਆਂ ਹੁੰਦੀਆਂ ਜੇ ਮੋਟਰਾਂ ਲਾ ਕੇ ਲੈ ਜਾਂਦੇ ਨੇ ਸ਼ਾਈ समझाओ जी की बेवकूफ वाली गल्लां कर रहे हैं तुम बहस कर रहे हो वो ठीक कह रहे हो तुम्हें तुम तो चलते हुए लग रहा है जैसे सो रहे हो ਮੈਂ ਝੂਠ ਬੋਲ ਰਿਹਾ ਸੀ ਭਾਜੀ 11-12 ਵਜੇ ਆ ਕੇ ਅਸੀਂ ਖੱਪ ਪਾਉਂਦੇ ਨੇ ਬਈ ਰੋਜ਼ਾ ਤੇ ਬੰਦ ਹੋਣਾ ਜਾ ਕੇ ਕਿਤੇ 4:30 ਪੌਣੇ 5 ਵਜੇ ਜੀ एक 11-12 ਵਜੇ ਭਾਜੀ ਰੋਜ਼ ਬੜੀ ਨੀਂਦ ਖਰਾਬ ओए क्या करते हो ये अच्छा बहुत अच्छे सी पूरा शहर जगाना ਅਸੀਂ ਕੋ ਖਾਲੀ ਇਹਨਾਂ ਦੇ ਮਹੱਲੇ ਚੌੜਾ ਨਾਲੇ ਭਾਈ ਜੀ 1 ਵਜੇ ਉਠਾਵਾਂਗੇ ਤੇ ਤਿਆਰੀ ਕਰਨਗੇ ਨਾ ਸਾਰੇ ये बड़े जिले लोग ने 12 बजे तो उठाना शुरू करने हैं ता जाके 3 बजे उठते ने तुम बड़े दिन बाद नजर आए हो मुझे मैं बाहर गया था जनाब बाहर कहाँ लंदन होर किथे वहाँ क्या कर रहे थे रोजे जगा रहे था होर में की करना है मैं उठे बादशाह सलामत नु रोजे जगाए हैं बादशाह सलामत कौन चार्ल्स और मियां नवाज शरीफ की गल हो रही है ਉਹਨੂੰ ਤੇ 24 ਘੰਟੇ ਅਗਲੇ ਜਗਾਈ ਰੱਖਦੇ ਸਾਡੀ ਕੀ ਲੋੜ ਹੈ ਹੁਣ ਤੇ ਉਹ ਸੌਂਦੇ ਹੀ ਨਹੀਂ ਵਿਚਾਰੇ क्यों अब क्या हुआ ਪਹਿਲੇ ਬਿਮਾਰ ਸਨ ਤੋਂ ਜਲਸਾ ਵੇਖ ਬੈਠੇ ਨੇ अपना काम करो जो करें और ये इतने सारे एक मोहल्ले में आ जाते हो ਤੁਸੀਂ ਹਮਲਾ ਕਰਨ ਆਏ ਹੋ ਜਗਾਣ ਆਏ ਹੋ ਬੇਟਾ ਤਮੀਜ਼ ਨਾਲ ਅਸੀਂ ਕੋ ਤੇਰੇ ਮੁਲਾਜ਼ਮ ਨਹੀਂ ਹੈਗੇ ਅੱਛਾ ਇਹ ਡੰਡਾ ਕਾਦੇ ਲਈ ਫੜਿਆ ਤੂੰ ਬਿਸਮਿਲ੍ਲਾ ਪਾਜੀ ਖੈਰਾਂ ਹੁਣ ਤੁਹਾਡੀਆਂ ਮਾਸ਼ਾਅੱਲਾ ਰੋਜ਼ੇ ਤੁਹਾਡੇ ਕਬੂਲ ਮੌਲਾ करे माफ करो माफ सलामती और खैर हो जनाब कुछ दियो ईद के पास आते चांद रात को मांगते हैं रोजाना नहीं मांगते इस वक्त सिर्फ खाना ले लो दैट्स इट ਨਾਲੇ ਚਾਂਦ ਰਾਤ ਤੱਕ ਹਰੇ ਕਿੰਨੀ ਮਹਿੰਗਾਈ ਹੋ ਜਾਣੀ ਸਾਨੂੰ ਹੁਣੀ ਦਿਓ ਪੁੱਛਦੇ ਰਹਿਣ ਦੁਆਰੇ ਕੋਈ ਪਾਓ ਖੈਰ ਹੋ ਇਹ ਤੇ ਇੰਜ ਮੰਗਦਾ ਅਸੀਂ ਵੀ ਇਹਨੂੰ ਦੇ ਦਿੰਦੇ ਆ ਪਤਾ ਤੁਹਾਨੂੰ ਇਹ ਤਾਂ ਕਿਸੇ ਨਵੇਂ ਇਲਾਕੇ 'ਚ ਮੰਗਣ ਜਾਵੇ ਉਹ ਪੁਲਿਸ ਬੁਲਾ ਲੈਂਦੇ ਇਹਦੇ ਹੋਰੇ ਡਾਕੂ ਆ ਗਏ आप लोग सिर्फ मांगते हैं या कोई काम भी करते नहीं हैं जी मैं इंजीनियर भी लगा हूं ਇਹ ਨਕਸ਼ੇ ਬਣਾ ਕੇ ਉਹਦੇ ਉੱਤੇ ਖਲੋ ਕੇ ਮੰਗਦਾ ਦਿਓ ਭਾਈ और मैं मार करना किथे किथे इलाके च मैं मांग लिया ਅਸੀਂ ਮੰਗਣ ਤੋਂ ਇਲਾਵਾ ਕੀ ਕਰਨਾ अपना काम करो जाके मोहल्ला जगह हमें शो करने दो आज ऑडियंस हमारे साथ आई है हमने ऑडियंस के साथ गपशप करनी है ਨਵੇਂ ਮੌਲਾ ਆਰਡਰ ਦਿਓ ਕਿ 200 ਵੀ ਹੋ ਗਿਆ ਸਾਨੂੰ ਤੇ ਸਾਡੀ ਦਿਹਾੜੀ ਬਣ ਜਾਏਗੀ 200 ਜੀ ਹੈ डॉलर की गल करन दिया $200 ठीक है $200 आपको जिम्बाब्वे के डॉलर्स देंगे ਇੰਨੇ ਜ਼ਿੰਬਾਬਵੇ ਦੇ ਡਾਲਰ ਉਹਨਾਂ ਨੂੰ ਤੜਾਓ ਤਾਂ ਐਵੇਂ 20 ਰੁਪਏ ਬਣਨੇ ਬਾਵੇ ਗਈ ਡਰਾਮੇ ਵਾਲੀ ਟੀਮ ਉਹਨਾਂ ਨੇ ਕਰੋੜਾਂ ਰੁਪਈਆ ਦੇ ਦਿੱਤਾ ਸਾਰੇ ਬੜੇ ਖੁਸ਼ ਇੱਥੇ ਆ ਕੇ ਤੜਾਏ 3,500 ਹੋਇਆ ਅਸੀਂ ਪੂਰਾ ਪੰਜਾਬ ਜਗਾਇਆ ਨਾਮੇ ਵਾਲਾ ਜਨਾਬ ਹਾਏ ਹਾਏ ਅਸੀਂ ਤਾਂ ਇਸਲਾਮਾਬਾਦ ਵੀ ਜਗਾਉਣ ਗਏ ਸੀ ਜਨਾਬ ਉੱਥੇ ਵੱਡਾ ਬੈਨਰ ਲੱਗਾ ਉੱਤੇ ਲਿਖਿਆ ਸੀ क्या ਖਾਮੋਸ਼ ਰਹੇ ਇਸਲਾਮਾਬਾਦ ਸੋ ਰਹਾ ਹੈ ओए ਫਿਰ ਉਸ ਤੋਂ ਬਾਅਦ ਪਿੰਡੀ ਆ ਗਏ ਉੱਥੇ ਵੀ ਨਹੀਂ ਜਗਾਇਆ क्यों ਉੱਥੇ ਵੀ ਇਹੀ ਹਾਲ ਸੀ ਇੱਥੇ ਵੀ ਸਾਰੇ ਸੁੱਤੇ ਪਏ ਨੇ ਉਸ ਤੋਂ ਬਾਅਦ ਪਾਰਲੀਮੈਂਟ ਗਏ ਅਸੀਂ ਜਗਾਉਣ फिर ਉੱਥੇ ਵੀ ਕੋਈ ਜਾਗਿਆ ਹੀ ਨਹੀਂ क्यों ਉੱਥੇ ਵੀ ਲਿਖਿਆ ਸੀ ਸ਼ਹਿਰ ਖਾਮੋਸ਼ਾਂ ओए ये फिलोसोफर से बन गए हो तुम ਹਾਂਜੀ ਜੋ ਹਾਲਾਤ ਜੋ ਸਾਨੂੰ ਹੋ ਗਿਆ ਹੁਣ ਫਿਲਾਸਫਰ ਵੀ ਲੱਭਣਗੇ ਇੱਕ ਨਸ਼ਈ ਮੈਨੂੰ ਉੱਠ ਕੇ ਕੁੱਟਣ ਲੱਗ ਪਿਆ ਮੈਂ ਕਿਹਾ ਜਾਗ ਕੰਨਾ ਸਾਲਿਆ ਸਾਰਾ ਪਾਕਿਸਤਾਨ ਸੁੱਤਾ ਮੇਰਾ ਮਾਮਾ ਲੱਗਦਾ ਤੂੰ ਉਹਨੇ ਇਸ ਲੰਮੀ ਗੱਲ ਤੋਂ ਇਹਨੂੰ ਕੁੱਟਿਆ ਸੀ ਜਗਤ ਤੇ ਅੱਛੀ ਸੀ ਲੇਕਿਨ ਉਹਨੇ ਕਿਹਾ ਲੰਬੀ ਹੈ ਇਧਰ ਆਠਾ ਉਸ ਤੋਂ ਬਾਅਦ ਅਸੀਂ ਜ਼ਮਾਨ ਪਾਰਕ ਆ ਗਏ अच्छा ਉੱਥੋਂ ਵੀ ਬੜੀ ਫੈਂਟੀ ਪਈ ਸਾਨੂੰ वो क्यों ਅਸੀਂ ਉਹਨਾਂ ਨੂੰ ਜਗਾਉਣ ਗਏ ਆ ਉਹ ਅੱਗੋਂ ਆਪ ਗਾ ਰਹੇ ਸਨ ਜਾਗ ਉਠਾ ਹੈ ਉਹ ਜਦੋਂ ਸੌਣ ਲੱਗਦੇ ਖਾਨ ਸਾਹਿਬ ਦਰਵਾਜ਼ਾ ਖੋਲ ਕੇ ਬਾਹਰ ਆ ਜਾਂਦੇ ਖਾਨ ਸਾਹਿਬ ਨੂੰ ਵੇਖਦੇ ਸਾਰੇ ਸ਼ੁਰੂ ਹੋ ਜਾਂਦੇ ਜਾਗ ਉਠਾ ਹੈ ਸਾਰਾ ਵਤਨ ਸਾਥੀਓ ਮੁਜਾਹਿਦੋ ਜਾਗ ਉਠਾ ਹੈ ਸਾਰਾ ਵਤਨ ਸਾਥੀਓ ਉਸ ਤੋਂ ਬਾਅਦ ਭਾਜੀ ਅਸੀਂ ਸਿੱਧੇ ਤੁਹਾਡੇ ਕੋ ਆਏ ਹਾਂ ਉਸ ਤੋਂ ਬਾਅਦ ਤੁਹਾਡੇ ਲਈ ਆਣਾ ਬਣਦਾ ਸੀ ਹਾਂਜੀ ਇੱਥੇ ਵੀ ਮੈਂ ਲੱਗਾ ਬੈਨਰ ਲਾਉਣ ਨਾਲ ਪੁੱਤਰ ਇੱਥੇ ਵੀ ਤੁਹਾਨੂੰ ਕੱਖ ਨਹੀਂ ਲੱਭਣਾ ਮੈਂ ਤੁਹਾਨੂੰ ਦੱਸ ਦਿਆਂ ਅੱਛਾ ਜੀ यार मैं तो इस हक में ही नहीं हूँ ये जो तुम मांगते हो ना ਹਾਂ ਜੀ
मांगा ना करो, बस अपना को काम को हुनर को सीखो, को काम सीखो। ਇਸ ਤੋਂ ਅੱਛਾ ਵੱਡਾ ਹੁਨਰ ਕਿਹੜਾ? हाँ तो ये ना कोई अच्छी पोइट्री, अच्छे लिरिक्स, अच्छे गाने सुनाओ, कोई अच्छा आरफाना कलाम सुनाया करो। ਪਹਿਲੇ ਕਿੱਡਾ ਸਾਦਾ ਦੌਰ ਹੁੰਦਾ ਸੀ ਯਾਰ, ਚਾਰ ਕੋ ਐ ਮਲੰਗ ਜੇ ਫੇਰ ਦਾ ਫੜੀ ਹੋਈ ਉਹਨਾਂ ਨੇ, ਪੁਰਸਕੂਨ ਜਿਹਾ, ਸ਼ੋਰ ਸ਼ਰਾਬੇ ਨਹੀਂ ਸੀ। ਇਹ 12 ਮਹੀਨੇ ਦੇ ਮੰਗਦੇ ਨੇ ਭੈਣ ਕੋ ਰੋਜ਼ਿਆਂ 'ਚ ਨਹੀਂ, ਤੁਹਾਨੂੰ ਰੋਜ਼ਿਆਂ 'ਚ ਨਜ਼ਰ ਆਉਂਦੇ ਨੇ। ਭਾਜੀ ਮੇਰੇ ਦਾਦੇ ਨੇ ਜਾਰੇ ਨੂੰ ਜਗਾਇਆ ਸੀ। ਝਾਰੇ ਨੇ ਉੱਠ ਕੇ ਫਿਰ ਗਿੱਬੀ ਮਾਰੀ, ਦਾਦਾ ਉਦੋਂ ਦਾ ਸੁੱਤਾ ਹੈ। ਸੁਭਾਨ ਅੱਲਾਹ ਭਾਜੀ ਕੀ ਕਹਿੰਦੇ, ਲਾਹੌਰ ਦੇ ਖਾੜੇ, ਸੁਭਾਨ ਅੱਲਾਹ, ਸਾਡੇ ਬਜ਼ੁਰਗਾਂ ਨੇ ਖਾੜੇ ਵੀ ਮੰਗੇ ਨੇ, ਨੰਗੇ ਭਲਵਾਨਾਂ ਕੋ ਮੰਗ ਲੈਂਦੇ ਸੀ। ਜਦੋਂ ਭਲਵਾਨ ਕੋ ਮੰਗਣ ਜਾਓਗਾ ਕਹਿੰਦਾ ਸਾਡੇ ਕੋਲ ਤਾਂ ਖੀਸਾ ਹੀ ਕੋਈ ਨਹੀਂ ਹੈਗਾ। ਕਈ ਭਲਵਾਨ ਤੇ ਲਗੋੜ 'ਚ ਪੈਸੇ ਲੈ ਕੇ ਆ ਜਾਂਦੇ ਹੁੰਦੇ ਸੀ। वो बड़े खुदा तरस होंगे ना। ਨਹੀਂ ਨਹੀਂ, ਉਹਨਾਂ ਸਰਦਾਈ ਪੀਣੀ ਹੁੰਦੀ। ਆਪਣੇ ਲੱਕੀ ਰਾਣੀ ਸਰਕਸ ਵਾਲੇ ਅਮਜਦ ਫਰਜ਼ੰਦ ਸਾਹਿਬ, हाँ जी, मियाँ अमजद फरजंद अली। ਅੱਜ ਅਸੀਂ ਉਹਨਾਂ ਨੂੰ ਵੀ ਜਗਾਉਣ ਗਏ ਸੀ। ਉਹਨਾਂ ਨੇ ਆਪਣੇ ਸ਼ੇਰ ਜਗਾਤੇ, ਉੱਠੋ ਕਹਿੰਦਾ ਪੈ ਜਾਓ। ਤੁਹਾਨੂੰ ਪਤਾ ਸ਼ੇਰ ਇਹਨੂੰ ਚੋਖੇ ਲੈ ਗਿਆ ਸੀ, ਇਹਦੇ ਕੋਲ ਆਪਣਾ ਪਿੰਜਰਾ ਸਾਫ਼ ਕਰਵਾਇਆ ਉਹਨੇ। ਰੇਜ਼ ਲਾਈ ਸਾਹਿਬ ਨੂੰ ਜਗਾਇਆ, ਉਹਨਾਂ ਨੇ ਪੱਟੀ ਕਰਾ ਕੇ ਸਾਨੂੰ ਦੁਆ ਦਿੱਤੀ ਅੱਜ ਕੱਲ੍ਹ। ਕੱਖ ਨਹੀਂ ਦਿੱਤਾ। ਤੁਹਾਨੂੰ ਪਤਾ ਉਹਨਾਂ ਨੇ ਹੁਣ ਪੱਟੀ ਘਰ ਰੱਖੀ, ਜਦੋਂ ਕਿਸੇ ਨੇ ਬਦ ਦੁਆ ਦੇਣੀ ਹੋਵੇ ਪੱਟੀ ਚੜਾ ਕੇ ਫੌਰੀ। ਲੋਕੀ ਕਹਿੰਦੇ ਇਹਦੀ ਦੁਆ 'ਚ ਇੰਨਾ ਅਸਰ ਨਹੀਂ ਜਿੰਨਾ ਪੱਟੀ 'ਚ। ਅਸੀਂ ਤੇ ਭਾਈ ਜਾਨ ਇਮਰਾਨ ਖਾਨ ਕੋ ਵੀ ਮੰਗਣ ਗਏ, फिर ਉਹ ਅੱਗੇ ਮੰਗਣ ਗਿਆ ਸੀ। ਥੋੜਾ ਜਿਹਾ ਵੀ ਸਲਾਬ ਆਵੇ ਭਾਜੀ, ਉਹ ਟੈਲੀਥੋਨ ਕਰਨ ਲੱਗ ਪੈਂਦਾ। हाँ नहीं, टेलीथॉन तो बड़ा जबरदस्त करता है। ਨਾਲ ਤੁਸੀਂ ਵੀ 1-2 ਦਫਾ ਟੈਲੀਥੋਨ ਕੀਤਾ। 500 करोड़ इकट्ठा किया था 3 घंटों में। 15 ਮਿੰਟ ਦੇ ਦਿਓ, ਸਾਡੀਆਂ ਨਸਲਾਂ ਸਬਰ ਚ। ਸਾਡੇ ਨਾਲ ਚੱਲੋ ਜਰਾ, ਅੱਗੇ ਅੱਗੇ ਟੁਰੇ ਜਾਣਾ, ਪਿੱਛੇ ਸਾਨੂੰ ਪੈਸੇ। मैं इस हक में नहीं हूं, मैं तो बार बार कह रहा हूं कि ये मुझे पसंद ही नहीं, मांगना मांगना। ਕਿਵੇਂ ਪੈਸੇ ਦਿਓਗੇ ਫਿਰ? कुछ परफॉर्म करो यहाँ पर, कोई कलाबाजी लगा दो, कोई गाना ही सुना दो, कुछ सुना दो। ਆਓ ਜੀ ਆਓ। ਬੈਠੋ ਬੈਠੋ। ਮੈਂ ਕਿਹਾ ਜੋੜੀਆਂ ਸਲਾਮਤ ਰਹਿਣ, ਸਲਾਮਤ ਰਹਿਣ। ਬਸ ਬਸ ਚੁੱਪ ਕਰ ਜਾ, ਜੋੜੀਆਂ ਜਾਓ ਜ਼ਰਾ ਸੈਰੀ ਬਣਾਓ, मैं आ रहा हूँ। ਮੈਂ ਕਿਹਾ ਆਪਣਾ ਭੈਣ ਜੀ ਕੋਈ ਪਰਾਠਾ ਵਧੇ ਤੇ ਇੱਧਰ ਵੀ ਦੇ ਜਾਣਾ ਹੈ। ਖਾਨ ਸਾਹਿਬ ਕਿਆ ਕਹਿੰਦੇ, ਬਾਂਦਰ ਨੇ ਚਪੇੜ ਖਾਧੀ ਹੁੰਦੀ। ਇਜਾਜ਼ਤ ਹੈ ਜੀ। ਬਿਸਮਿਲ੍ਲਾ ਜੀ, ਕਿਆ ਕਹਿੰਦੇ। ਸੁਭਾਨ ਅੱਲਾਹ, ਕੀ ਬਾਤ ਹੈ। ਓ ਇਹ ਪਹਾੜੀ ਹੈ ਜਿਹੜਾ ਚੜ ਰਹੇ ਨੇ ਬੱਚੇ। देख रहा हूं मैं। ਨਾ ਰੇ ਨਾ ਆਟੇ ਦੀ ਕਤਾਰੇ, ਓ ਆਟੇ ਦੀ ਡੀ ਲੰਮੀ ਵੇਖੋ ਆਟੇ ਦੀ ਕਤਾਰੇ, ਆਟੇ ਦੀ ਕਤਾਰੇ। ਤੂੰ ਆਵੀਂ ਜਾਂ ਨਾ ਆਵੀਂ ਲੱਗੀ ਹੋਈ ਏ ਆਟੇ ਦੀ ਕਤਾਰੇ। ਵੇ ਮਾਇਆ ਜਲਦੀ ਆਵੀਂ, ਨਹੀਂ ਤੇ ਆਟਾ ਮੁੱਕ ਜਾਣਾ ਈ ਆਟੇ ਦੀ ਕਤਾਰੇ। ਥੋੜਾ ਵਜਿਆ ਸਿਰ 'ਚ ਬੰਦਾ ਪਾਗਲ ਹੋ ਗਿਆ, ਕਿਉਂਕਿ ਆਟੇ ਦੀ ਕਤਾਰੇ। ਓ ਆਟਾ ਆਟਾ ਕਰਦੀ ਨੀ ਮੈਂ ਆਪੇ ਹੀ ਆਟਾ ਹੋਈ। ਆਟਾ ਕਰਦੀ ਨੀ ਮੈਂ ਆਪੇ ਆਟਾ ਹੋਈ, ਆਟਾ ਆਟਾ ਕਰਦੀ ਨਹੀਂ ਮੈਂ ਆਪੇ ਆਟਾ ਹੋਈ। ਕਿਉਂਕਿ ਆਟੇ ਦੀ ਕਤਾਰੇ, ਆਟੇ ਦੀ ਕਤਾਰੇ। ਦਿਲ ਬੇਕਰਾਰ, ਦਿਲ ਬੇਕਰਾਰ। ਕੌਮ ਸਾਰੀ ਮਰ ਜਾਣੀ ਏ, ਮਤ ਤੁਹਾਨੂੰ ਕਦੋਂ ਆਣੀ ਏ। ਕੌਮ ਸਾਰੀ ਮਰ ਜਾਣੀ ਏ, ਮਤ ਤੁਹਾਨੂੰ ਕਦੋਂ ਆਣੀ ਏ। ਉਹ ਚੋਰਾਂ ਨੂੰ ਬੁਲਾ ਕੇ, ਚੋਰਾਂ ਨੂੰ ਬੁਲਾ ਕੇ, ਉਹ ਚੋਰਾਂ ਨੂੰ ਬੁਲਾ ਕੇ ਦੱਸ ਕੀ ਖਟਿਆ ਏ ਭਾਈਆ। ਚੋਰਾਂ ਨੂੰ ਬੁਲਾ ਕੇ, ਚੋਰਾਂ ਨੂੰ ਬੁਲਾ ਕੇ, ਚੋਰਾਂ ਨੂੰ ਬੁਲਾ ਕੇ, ਕਰਜ਼ੇ ਚੜਾ ਕੇ, ਚੋਰਾਂ ਨੂੰ ਬੁਲਾ ਕੇ, ਕਰਜ਼ੇ ਚੜਾ ਕੇ। ਵੇਖੋ ਸਾਡੀ ਬੇੜੀ ਡੁੱਬ ਗਈ, ਜਿੰਦ ਹੁਣ ਕਿੱਥੇ ਖੁੱਭ ਗਈ। ਵੇਖੋ ਸਾਡੀ ਬੇੜੀ ਡੁੱਬ ਗਈ,
ਜਿੰਦ ਹੁਣ ਕਿੱਥੇ ਖੁੱਭ ਗਈ ਓ ਜਿੰਦ ਹੁਣ ਕਿੱਥੇ ਖੁੱਭ ਗਈ आफ्ताब साहब एक गल दा दसो जी आए पाकिस्तान बेचारा खुद बेच नहीं फस गया फस गया जी, बड़ा बड़ा फस गया, गोडे गोडे फस गया, बल्कि मैं आना इत्थे तक फस गया। सर ये खोबा क्या होता है? खोबा इज कॉगमायर, दलदल समझ लें आप। ਤੁਸੀਂ ਅਗਲਾ ਸ਼ੇਰ ਸੁਣੋ। जनाब ਮੰਗਾਈ ਮਾਰ ਸੁੱਟਿਆ ਮੰਗਾਈ ਮਾਰ ਸੁੱਟਿਆ ਬਿਮਾਰੀਆਂ ਨੇ ਕੁੱਟਿਆ ਬਿਮਾਰੀਆਂ ਨੇ ਕੁੱਟਿਆ ਓ ਮਹਿੰਗਾਈ ਮਾਰ ਸੁੱਟਿਆ ਮਹਿੰਗਾਈ ਹਾਂ 500 ਦਾ ਕੇਲਾ ਲੈਣ ਵਾਲਾ ਅਕੇਲਾ 400 ਦੀ ਸਟ੍ਰਾਬੇਰੀ सेब नू हाथ नहीं लगन दिया ਤੇ ਤੂੰ ਦੂਰ ਖਲੋ ਕੇ ਲੈ ਲਿਆ ਕਰ। ਮਹਿੰਗਾਈ ਮਾਰ ਸੁੱਟਿਆ ਮਹਿੰਗਾਈ ਮਾਰ ਸੁੱਟਿਆ ਹੋਏ 1600 ਦਾ 10 ਕਿਲੋ ਆਟਾ ਕੀ ਅਜ਼ਾਬ ਏ ਓਏ ਐ ਵੇਖੋ ਮੀਆਂ ਸਾਹਿਬ ਇਹ ਕੀ ਅਜ਼ਾਬ ਏ ਹਾਏ ਮਹਿੰਗਾਈ ਮਾਰ ਸੁੱਟਿਆ ਕਿਸੇ ਸ਼ੈ ਨੂੰ ਹੱਥ ਨਹੀਂ ਲੱਗਣ ਡਿਆ ਓਏ 1000 ਰੁਪਏ ਕਿਲੋ ਕਿਉਂ ਏ ਭਲਾ ਦੁਕਾਨ ਵਾਲਾ ਸਾਡਾ ਪਿਓ ਏ। ਮਹਿੰਗਾਈ ਮਾਰ ਸੁੱਟਿਆ ਮਹਿੰਗਾਈ ਮਾਰ ਸੁੱਟਿਆ ਓ ਪਕੌੜੇ ਸਮੋਸੇ ਹਾਲਾ ਕੀ ਹੁੰਦੇ ਸਨ ਗਰਮ ਪਕਾੜੇ ਹੁਣ ਅਸੀਂ ਖਾ ਨਹੀਂ ਸਕਦੇ ਸਿਰਫ ਗਾ ਸਕਨੇ ਆ ਕਿਉਂਕਿ ਮਹਿੰਗਾਈ ਮਾਰ ਸੁੱਟਿਆ ਬਿਮਾਰੀਆਂ ਨੇ ਕੁੱਟਿਆ ਮਹਿੰਗਾਈ ਮਾਰ ਸੁੱਟਿਆ ਬਿਮਾਰੀਆਂ ਨੇ ਕੁੱਟਿਆ ਫਾਕੇ ਮਜਬੂਰ ਕੀਤਾ ਏ ਅਸਾਂ ਕੀ ਕਸੂਰ ਕੀਤਾ ਫਾਕੇ ਮਜਬੂਰ ਕੀਤਾ ਏ ਅਸਾਂ ਕੀ ਕਸੂਰ ਕੀਤਾ ਏ ਫਾਕੇ ਮਜਬੂਰ ਕੀਤਾ ਏ ਅਸਾਂ ਕੀ ਕਸੂਰ ਕੀਤਾ ਏ ਫਾਕੇ ਮਜਬੂਰ ਕੀਤਾ ਏ ਅਸਾਂ ਕੀ ਕਸੂਰ ਕੀਤਾ ਏ ਫਾਕੇ ਮਜਬੂਰ ਕੀਤਾ ਏ ਅਸਾਂ ਕੀ ਕਸੂਰ ਕੀਤਾ ਏ ਫਾਕੇ ਮਜਬੂਰ ਕੀਤਾ ਏ। दिन रात हम लेते हैं एक ब्रेक, हमारे साथ रहिए। वेलकम बैक। ख़वातीन हज़रात, हमारे फॉर्मेट में एक बुनियादी तब्दीली आज से ये रूनुमा हो रही है कि हम एक सेगमेंट इंटरैक्टिव किया करेंगे। ये रिवायत हम 5-6 साल बाद दोहरा रहे हैं, एक तवील गैप के बाद, क्योंकि नॉर्मली हम जर्नल डिस्कशन करते नहीं हैं। 36 मिनट के प्रोग्राम में बमुश्किल इतनी गुंजाइश होती है कि हम 2-3 बातें पंदो नसाए की कर लें, बाकी सारी कॉमेडी होती है। लेकिन अब महसूस ये किया गया है, हमारे फोकस ग्रुप ने ख़ास तौर पे इस चीज़ पर इंसिस्ट किया है कि हम ऑडियंस के साथ, क्योंकि अब ऑडियंस भी वो ऑडियंस नहीं है जो एपैथेटिक हुआ करती थी, डिसइंटरेस्टेड होती थी, अलूफ होती थी, जो बिल्कुल एक आइलैंड की सूरत कुछ लोग बैठे होते थे, बस सिर्फ वो देखने हंसने आते थे और वो अपना मकसद पूरा हो जाने के बाद वो इंटरैक्ट करना बहुत ज़्यादा प्रेफर नहीं करते थे। लेकिन शुक्र अल्हम्दुलिल्लाह हमने इस रिवायत को फिर से बहाल किया है। आज पहला दिन है और इसका फॉर्मेट सिंपल है कि एनीथिंग यू वांट टू आस्क, प्राइमरीली अबाउट द शो, जनरली अबाउट एनीथिंग। ठीक है जी, कोई क्वेश्चन हो ताकि हम गुफ्तगू का आगाज़ करें, वही हमारा मौजू बन जाता है। आगाज़ करते हैं। पहले सबसे पहले जी आप। सर मेरा नाम फैसल अजीज़ है और मैं पंजाब यूनिवर्सिटी सोशियोलॉजी डिपार्टमेंट से हूँ। सर हमारे यहाँ किताब पढ़ने का रुझान जो है कम होता जा रहा है, जबकि हमसाया मुल्क जो भारत है उसमें ये रुझान बहुत ज़्यादा है। लेकिन हमारे मीडिया में भी सिर्फ आपकी शो में इस पर बात की जाती है और कोई भी चैनल इस पर बात नहीं करता। थैंक यू वेरी मच कि आपने हमें इस काबिल समझा है कि इनसे थोड़ा सा हट के हमें, क्योंकि मैं पूरी कोशिश करता हूँ कि अगर एक बदचलनी हो रही है,
کجروی ہو رہی ہے، ایک ٹیڑھی چال چلی جا رہی ہے، تو میں اس سے سائڈ پہ ہو جاؤں. بعض اوقات مجھ سے بھی ایسی چیزوں کا ارتکاب ہو جاتا ہے، لیکن وہ لاشعوری ہے. بات یہ ہے کہ کتاب کا سلسلہ ہمارے ہاں کم ہو گیا ہے. یہ ایک سوال نہیں، یہ ایک پوری بحث ہے جس کو آپ چھیڑ رہے ہیں، اور اس کی ریزنز بے پناہ ہیں، بے شمار ہیں. اگر ہم اس پہ بات کرنا شروع کریں گے نا تو 1 گھنٹہ بھی کم پڑ جائے گا. میں اس کا احاطہ کرنے کی کوشش کرتا ہوں کہ یہ جو خرابی ہے نا، یہ چین ری ایکشن کی طرح ہوتی ہے. ایک جگہ ہوئی، ایک کل پرزا خراب ہوا، پوری مشین نے اب خراب ہونا ہے. اس طرح ہماری سوسائٹی جب مٹیریلزم کا بدترین شکار ہوئی تو ہمارے ہاں ایک بہت بڑی رکاوٹ، جو سیل رواں تھا نا، تمدن تہذیب جس طرح ڈیولپ کرتی ہے، اس کا تقاضا ہے جمہوریت، بولنے کی آزادی. ٹھیک ہے، وہ آزادی نہیں جو عیدی امین دیا کرتا تھا. فریڈم آف سپیچ کہتا تھا بولنے کی آزادی ہے آپ کو، لیکن بولنے کے بعد جو آزادی ہے اس کی میں یقین دانی نہیں کروا سکتا. تو اس طرح کی آزادی ہمارے ہاں جتنے آئے عیدی امین آئے، اللہ تعالیٰ ان سے کوئی حساب کتاب یقیناً لے رہا ہوگا. اور میں یہ سمجھتا ہوں کہ جب ایک ڈکٹیٹر آتا ہے نا، اقتدار پر قابض ہوتا ہے، تو صرف جمہوریت کا رستہ ہی نہیں رکتا، علم و فضل کی راہیں مسدود ہوتی ہیں، اور سب سے بڑا وکٹم انٹلیکٹ بنتی ہے، عقل و خرد بنتی ہے، دانش بنتی ہے. اور اگر دانش وکٹم ہے تو اس کا مطلب یہ ہوا کہ دانشور آپ کا وکٹم ہے. اور دانشور جس کے لیے امیر تیمور اپنی آئندہ نسلوں کو یہ لکھ کے جاتا ہے کہ کبھی کسی دشمن سے مت ڈرنا، کبھی کسی ہم پلہ کو کسی خطر میں نہ لانا، اکڑ کے بات کرنا، صرف جھک کے بات کرنا، شاعروں سے، ادیبوں سے، لکھاریوں سے. اور جب وہ دربار میں آئیں تو اپنے ساتھ سنگھاسن پہ بٹھانا، سامنے نہ بیٹھا نظر آئے کوئی درباری، وہ درباریوں سے ہٹ کے، اس لیے کہ یہ تم سے ڈرتے نہیں ہیں، یہ کریٹو لوگ ہیں، یہ ماورائی لوگ ہیں، یہ کنیکٹیوٹی والے لوگ ہیں. یہ امیر تیمور اور اس کا خط موجود ہے. تو کاش یہ بات کسی نے ان ڈکٹیٹرز کو بھی سمجھائی ہوتی. چنانچہ ہوا یہ کہ ہمارا دانشور جو ایک خوددار، تخلیق کار ایک کیریکٹر ہوا کرتا تھا، اس کو انہوں نے اتنا ذلیل و رسوا کیا، کبھی شاہی قلعے میں بند کیا، کبھی اٹک فورٹ میں بند کیا. یہاں پہ ایک صاحب سندھ سے بھی آئے ہوئے ہیں، سندھ میں بھی 2-3 بڑی خوفناک، حیدرآباد میں، خیرپور میں بڑے بڑے لوگوں کو بند کیا گیا، تاریخ گواہ ہے. اور ان کی تذلیل حسب توفیق کی گئی، اتنی نہیں کی گئی جتنی آج کل ہو رہی ہے. لیکن آج کل چونکہ دانشور ہیں ہی کوئی نہیں، تو آج کل فوڈر بن رہے ہیں پولیٹیکل ورکرز. اس دور میں دانشور پولیٹیکل ورکرز کے ساتھ کھڑے ہوتے تھے. سوال یہ کہ دانشور گیا کدھر؟ دانشور ریکلوس ہو گیا ہے، اس نے وڈرا کر لیا ہے. جیسے ایک گن مین نے اپنی گن تانی ہوتی نا، ایک دانشور نے اپنا قلم تان رکھا ہوتا ہے، وہ قلم چھوڑتا ہے اور وڈرا کر کے بیٹھ جاتا ہے. اور ایک فقرہ جو پنجابی میں بہت شاندار مثال ہے، مقولہ ہے، وہ اس پوری بات کو سم اپ کر سکتا ہے کہ کھاؤ خسمان. دس از واٹ ا دانشور سیز. یہ اس کا انتقام ہے، وہ مار دھاڑ نہیں کرتا. اور کتاب سے جو رابطہ ہمارا ٹوٹا، ہمارا کتاب سے نہیں رابطہ ٹوٹا، ہمارا ایتھکس سے رابطہ ٹوٹ گیا. آخر کیا وجہ ہے کہ پاکستان اس وقت دنیا کی بدترین مثالوں میں سے ایک ہے جو مورلی بینکرپٹ ہے؟ اس کی وجہ بھی یہی ہے. غور کیجئے گا ان باتوں کے اوپر گھر جا کے، اور میرا مشورہ آپ کو کہ کم از کم 1 گھنٹہ ان باتوں پہ، اس ایک بات پہ غور کیجئے گا. کیا آپ کو ارد گرد دانشور نظر آتے ہیں جو ہم لوگوں کو نظر آیا کرتے تھے اپنے ارد گرد؟ کدھر گئے آپ کے وہ شاعر، ادیب، فلم میکر، نغمہ نگار، ڈرامہ نگار؟ وہ ایک اشفاق احمد تو پیدا کرو، اس وقت تو 20 تھے. اور یہ دور کی بات نہیں ہے، ابھی 40-50 سال ادھر کی بات ہے. وہ کدھر گئے آپ کے؟ وہ پاک ٹی ہاؤس موجود ہے، مکان موجود ہے، مکین نہیں رہا، انسان نہیں رہے، آدمی بہت ہیں. ایک تو یہ نقصان ہوا جس پہ میں کہہ رہا ہوں غور کرنا. دوسرا، آپ سے ایک طبقہ ناراض ہوا، وہ بھی دانشوری کی ایک دوسری قسم ہے. وہ ہیں ٹیکنیکل پیپل، جو بہترین ڈاکٹرز تھے، جو بہترین انجینئرز تھے، جو بہترین تھنکرز تھے، جو بہترین رائٹرز تھے، ناٹ دانشور. وہ کدھر گئے؟ وہ بھی ناراض ہو گئے سوسائٹی سے کہ تم یہ کرتے ہو، میرے گھر آ کے تم نے میری ماں کی بے عزتی کر دی صرف شک کی بنیاد پر. میرے ہمسائے نے یہ کیا تھا اور ہمارا یہ جھگڑا ہو گیا، تم نے یہ خیال نہیں کیا کہ میں
डबल PhD हूं, तुम एक छोटा सा, एक टटपुंजिया सा सरकारी मुलाजिम इलेक्शन ड्यूटी पे खत लिख रहा है एक प्रोफेसर को 22वें ग्रेड को कि आए और हाजिरी देवें और बतावें कि आपकी मौजूदगी में ये चीजें क्यों हुई। भाई तुम्हारा अंदाज तखातुब कैसा है? अगर तुम इस तरह बुलाओगे उन्हें तो वो लानत भी नहीं भेजेंगे इस माशरे पर। यही वजह है कि ब्रेन ड्रेन की शक्ल में वो लोग जो आपके मुल्क के असल मेमार थे वो भाग गए। जिन्होंने इस माशरे को आगे चलाना था, जिन्होंने आपकी तरक्की का जीना बनना था, जिन्होंने इस तमद्दन का पहिया आगे चलाना था, वो तो जाके कोई कनाडा बैठा हुआ है, कोई अमेरिका बैठा हुआ है, कोई ऑस्ट्रेलिया, कोई और बड़े मजे में लाइफ को सही एंजॉय कर रहे हैं, लेकिन कुड़ते हैं, खुदा की कसम कुड़ते हैं देख के यार इस जसद कौमी का हशर क्या कर दिया इन लोगों ने। अब वो सोचते हैं कि यार काश हम वापस जा सकते। अब वो ना आ सकते हैं ना जा सकते हैं, वो सिर्फ और सिर्फ कुड़ते हैं कि यार ऐसा भी क्या बांझपना है कि हम निकल आए और पीछे आपने इतना बुरा हाल कर दिया। तो ये है वजह मेरे भाई कि जब दानिश्वर आपसे भाग गया, जब इल्म और दानिश के दरवाजे आपने बंद कर दिए, तो ऑब्वियसली इसका नेट रिजल्ट था कि किताब भी बंद होगी। अब दूसरा अलमिया यह है कि चूंकि गाइड करने वाला कोई नहीं। देखिए आप टेबल पे बैठते हैं ना, तो खाना खाने बैठते हैं, बच्चा है तो उसको पेरेंट्स हमेशा कहते हैं कि एक बच्चा तो है जिसे जबरदस्ती खिलाया जा रहा होता है, एक बच्चा है जो विसियार खोर है, उसको पेरेंट्स कहते हैं कि नहीं और ये ना खाओ, ये क्वालिटी फूड है, ये खाओ, ये कोई ऐसी चीज नहीं है, थोड़ी बहुत खा लो। ये गाइडेंस आती है आपको। गाइडेंस के बगैर आप वो खाएंगे जो आपको पसंद है, उसके असरात क्या हैं ये आपको पता ही नहीं। इसी तरह दिमाग जो है, ह्यूमन माइंड है, ये 4, 5, 7, 10, 20 टेराबाइट्स अल्लाह ने आपको दे रखी हैं। आपके हाथ में ये है आज की किताब, क्योंकि हुसूल इल्म जो है वो बहुत मुश्किल हुआ करता था। एक लाइब्रेरी से दूसरी लाइब्रेरी सिर्फ ये पूछने के लिए शकील साहब जाया करते थे कि कैंप डेविड अकॉर्ड की असली डॉक्यूमेंट यहां पे नहीं पड़ी। ये मैंने अपनी आंखों से देख रखा है। हम भी यही कुछ किया करते थे कि असली डॉक्यूमेंट किधर यार अब फिर अमेरिकन सेंटर जाना पड़ेगा, ये वहां से मिलेगी, दयाल सिंह लाइब्रेरी में नहीं है, पंजाब पब्लिक से चेक करो, फ्लांस। इतना मुश्किल होता था, तो इसलिए आप सिलेक्टिव नॉलेज लेते थे ताकि दिमाग एब्जॉर्ब कर सके, डाइजेस्ट कर सके। अब आप ये खोल के बैठ जाते हैं, लाइब्रेरी आपके हाथ में, वो चीजें जिनका आपके साथ कोई ताल्लुक नहीं है। भाई फेरारी के रिम्स अलॉय हैं, कौन सी है, कैसी है, कहां से बनती है, ब्राजील से बन के आती है कि कहां से बन के आती है, इटली कैसे पहुंचती है, इसका आपके साथ क्या ताल्लुक है? या तो है ना कि आपको इंजन ठीक करना आता है, आपको गाड़ी के दीगर असरार और रमूज आते हैं, नहीं, बस ये है कि इस स्पीड पे ये हो जाता है, इस स्पीड पे ये हो जाता है, इस पे ये, इसके इतने गेयर हैं, इसके। कहने का मकसद ये है कि जो इल्म अपनी अफादियत नहीं रखता, जिसकी यूटिलिटी नहीं है, वो सिर्फ इल्म रहेगा, हिकमत में कन्वर्ट नहीं होगा। और जो इल्म हिकमत में कन्वर्ट ना हो वो अबस है, बेकार है। इस टेराबाइट को आपने ओवरलोड कर रखा है। ਹੁਣ ਭਾਈ ਤੁਹਾਨੂੰ ਆ ਗਈ ਨਾ ਸਮਝ, ਸਵਾਲ ਕਰਕੇ ਸਾਰਿਆਂ ਨੂੰ ਫਸਾਤਾ ਤੁਸੀਂ। अच्छा सवाल करके ना पछतान भी लग पे वो पंजाब यूनिवर्सिटी से आए हैं और यही कुछ होता है यूनिवर्सिटियों में, कॉलेजेस में। हमें तो बड़ा लुत्फ आता था इस तरह का सवाल कर देना, लेकिन जो लोग सिर्फ सवाल बराए सवाल करके चलो जी पीछे गप्पे लगाते रहे, पीछे नॉवल पढ़ते रहे, टीचर लगा हुआ है, तो ऐसा नहीं है। पता चल जाता है, शक्लों से पता चल जाता है। ਇਹਨਾਂ ਦੇ ਦੌਰ 'ਚ ਮਾਸ਼ਾਅੱਲਾ ਟੀਚਰ ਵੀ ਸਿੱਧੇ ਸਿੱਧੇ ਹੁੰਦੇ ਸੀ, ਐਵੇਂ ਡੇਢ ਕੜਾਕਾ ਪੀ ਜਾ ਰਹੇ ਨੇ, ਇਹ ਚੌਲ ਖਾ ਰਹੇ ਨੇ, ਆਈਸਕ੍ਰੀਮਾਂ ਖਾ ਰਹੇ ਨੇ। चौल कहाँ, क्लास में बैठ गए? पागल तो नहीं? अच्छा तू ना निकली इधर मेरे हल्ले, तेरे चो ना गरीब जाना ना फैसलाबाद। ਤੁਹਾਨੂੰ ਪਤਾ ਕੀ ਹੋਇਆ ਛੁੱਟੀਆਂ ਚ ਐਤਕੀ? सर सारी पब्लिक के सामने करेंगे? ਪਬਲਿਕ ਨੂੰ ਪਤਾ, ਤੁਹਾਨੂੰ ਪਤਾ ਨਾ ਭੈਣ ਕਿਤੋਂ ਨਾ ਕਿਤੋਂ ਜੁੱਤੀਆਂ ਪਾਈ ਜਾਂਦੀਆਂ ਭੈਣ ਨੂੰ। ਕੱਲ ਮੈਨੂੰ ਇਹਨਾਂ ਨਾਲੋਂ ਪਈਆਂ ਨੇ। ਅਫਤਾਰੀ ਤੇ ਗਿਆ ਸੀ, ਬਸ ਬਦਤਮੀਜ਼ੀ ਹੋ ਗਈ। ਬਈ ਸਕੂਲ ਦੀ ਗੱਲ ਹੋ ਰਹੀ ਤੇ ਉੱਥੇ ਚੌਲ ਕਿੱਥੋਂ ਆ ਗਏ? ਬੇਟੇ ਸਕੂਲ यूनिवर्सिटी कॉलेज। अच्छा हौली हौली बिल्कुल हौली। जी जनाब। अस्सलाम सर, मेरा नाम शुजात हुसैन और मैं लाहौर से मेरा ताल्लुक है और यूनिवर्सिटी ऑफ पंजाब का मैं स्टूडेंट हूँ। जी आपका भी सोशियोलॉजी डिपार्टमेंट? सर दोनों क्लास फेलोज है। अच्छा जी। क्वेश्चन मेरा ये है कि हम देखते हैं कि हमारे मुआशरे में ना लिटरेचर जो है पहले भी मौजूद था, अब भी मौजूद है, अब भी कहीं ना कहीं लिटरेचर हमें मिल जाता है, लेकिन जो लिटरेचर का असर पहले हम सोसाइटी में देखते थे, एक इनोवेटिव था, इन्वेंशंस होती थी, आज वो लिटरेचर में बातें नहीं रही, हमारे मुआशरे में उससे कोई इन्वेंशन नहीं हो रही, तो इसके बारे में आप सर क्या कहेंगे? भाई उस वक्त मयार ये होता था कि मेरा नॉवल छपे तो बेजा हो जाए, मेरा अफसाना हो औराक में छपे, फनून में छपे, अदब लतीफ़ में छपे, तो
موضوع سخن ایک ہفتہ یہی رہے. پازیٹیو کمپٹیشن اور چیلنج. ایک رائیولری کمپٹیشن, ایک جو صحت مند رائیولری ہوتی ہے, پازیٹیو کمپٹیشن ہوتا تھا کہ یار یہ غزل کس کی ہے, یار یہ امروز میں چھپی ہے, مشرق میں چھپی ہے غزل منیر نیازی کی, کمال ہے. فیض صاحب کی نظم چھپی ہے نوائے وقت میں یا جنگ میں, کمال کی چیز ہے. زید سلیری کا اداریہ تو دیکھو. یہ باتیں ہوا کرتی تھی اس دور میں. اس دور میں جوہری موجود تھے, جوہری کو پہچان ہوتی ہے ہیروں کی. اب ہیرے یہاں پہ پڑے ہوئے تھے, جوہریوں کی جگہ بھکاری بیٹھ گئے آ کے. انہیں کیا پتا, کیا تمیز. اس لیے ہیروں نے خود ہی مناسب سمجھا کہ وہ وہاں سے چپ کر کے ریکلوس ہو جائیں. وہ ہیرے اب بھی آپ آنیسٹلی بتائیے کہ امجد اسلام امجد, اللہ غری کے رحمت کرے, ایک استاد, ایک شاندار آدمی, بہت کچھ دیا اس ملک کو. آخری 10 سال آپ نے کتنی کو دفعہ انہیں سنا, کتنی کو دفعہ ان کے پاس گئے, کتنی دفعہ محفلوں میں انہیں بولتے آپ نے دیکھا؟ نیور. ریکلوس ہو جاتے ہیں. وہ یار یہ بڑے قیمت, جس طرح ڈاکٹر بوڑھا نہیں نہ ہوتا, وکیل بوڑھا نہیں ہوتا, دانشور تو جتنا اس کی پیرانہ سالی اس کو اور کندن کرتی ہے, اور ہم بالکل اس کو ایک عضو معطل کی طرح سائڈ پہ کر دیتے ہیں. اس لیے آپ کے دانشور ہیں ہی نہیں سرے سے, کیونکہ دانشور نہیں ہیں, آپ کے رائٹر نہیں ہیں. آج معیار جو ہے وہ ہے کہ یار سنگ میل مجھے کیا دے گا اس کا, پھر میں نے یہ کتاب کہاں کہاں بیچنی ہے, اس کتاب کی عوض مجھے ملے گا کیا, نہیں ملے گا اتنا دفع کرو, یہ بھی کوئی کام ہے, اس کی وجہ میں پراپرٹی ڈیلنگ کیوں نہ کروں. کل ایک بڑے ہی دلچسپ آدمی سے ملاقات ہوئی, ڈاکٹر عبداللہ, پاکستانی انجینئر ہیں, لیونگ ان انگلینڈ. وہ مجھے بہت ساری چیزوں کے بارے میں بتا رہے تھے, ڈرم میں پڑھاتے ہیں, اور پاکستانی حکومت کے اس ناروا سلوک کا تذکرہ کرتے ہوئے وہ خود بھی کافی افسردہ تھے. میں ان سے زیادہ شرمندہ ہو رہا تھا کہ ان کے ساتھ کیا ہوتا چلا آیا, لیکن یہ ایک اور کہانی ہے. انہوں نے ایک محکمے کا تذکرہ کیا کہ برطانیہ میں ایک محکمہ ہے. اب وہ کیا کرتے ہیں کہ تلاش کرتے ہیں کہ تم سائنٹسٹ کوئی ایسی چیز بنا سکتے ہو کہ جس سے یہ ہو جائے, کوئی ایسی چیز جو تم نے بیٹھے بیٹھے کوئی اختراع کی ہو, ادھر آؤ ہمیں بتاؤ کتنے پیسے چاہیے. ملینز آف پاؤنڈز وہ اس کام پہ صرف کرتے ہیں. اور ایک بہت شاندار کمبسچن انجن سے متعلق انہوں نے ایک چیز بنائی, اور حکومت نے مہربانیوں کی بارش کر دی ان کے اوپر. اور وہ ان قریب ایک ایسی چیز بنانے جا رہے ہیں, اور وہ کیسا, یہ بھی رند لوگ ہیں کہ اسی معاشرے نے انتہائی زیادتی کی. وہاں پر یورپ میں آپ نے ایک چیز پکڑی, بہت بڑی گرانٹ ملی کہ جی یہ تو کسی ولیج پہ جا کے آپ کریں, یا تو افریقہ چلے جائیں یا برطانیہ سے. اس نے کہا جی میں پاکستان میں کیوں نہ جاؤں, یہاں آ کے وہ ولیج تلاش کر رہا ہے آج کل کہ میں وہ سارا پروجیکٹ یہاں کیوں نہ لے کر آؤں. یہ ہوتا ہے اصل میں. اور اللہ کی عطا دیکھو, کوئی بعید نہیں کہ اسی کے اوپر اس کو نوبیل مل جائے. یہ ادارہ ہے انوویٹ یو کے, وہ بڑی بھاری آپ کو امداد فراہم کرتے ہیں کہ آپ کچھ کرنے والے بنے. اور کل انہوں نے پورا پروجیکٹ مجھے سمجھایا. میں جو غیر سائنسی آدمی ہوں, مجھے ایک ایک چیز سمجھ میں آ گئی. ਉੱਥੇ ਜਾ ਕੇ ਸਾਰਾ ਵੈਸੇ ਫਾਇਦਾ ਚੁੱਕਣਾ ਚਾਹੀਦਾ. ਮੈਨੂੰ ਪੁੱਛਣਗੇ ਤੂੰ ਕੀ ਬਣਾ ਸਕਦਾ, ਮੈਂ ਇਹਨੂੰ ਖੁਸਰਾ ਬਣਾ ਸਕਦਾ. ਉਹਨਾਂ ਨੇ ਕਹਿਣਾ ਕਮਾਲ ਦੀ ਗੱਲ ਇਹਦੇ ਚ ਬਣਾਉਣ ਵਾਲੀ ਕੀ ਲੋੜ. وہ کہیں گے تمہارا اس میں کیا کمال ہے. تو تینوں حضرات ہم لیتے ہیں ایک بریک, ہمارے ساتھ رہیے. ویلکم بیک. جی خبر ہے کہ مدد کا لالچ دے کر 90 سالہ بڑھیا کے کانوں سے بالیاں کھینچنے والی خاتون کا تاحال کچھ پتہ نہ چل سکا. شیخوپورہ ہائے, آٹے کی قطاریں, آٹے کا لالچ دے کر, آٹے کی لالچ میں بیچاری آ کے سفارا ہو جاتے ہیں سارے, اور اس قدر شرمندہ ہونا پڑتا ہے وہاں پر. توبہ توبہ توبہ, ایک توڑا آٹے کے لیے. اور اسے آ کے کہتی کہ تم اس عمر میں کیوں خار ہو رہی ہو, کیوں خجل ہو رہی ہو, اور میں تمہیں ایک اور جگہ کا بتا دیتی ہوں, وہاں سے لائن میں نہیں کھڑا ہونا پڑتا. وہ بیچاری کہتی ہے اچھا ہاں مجھے بتا دو, کیونکہ میں تو کھڑی ہو ہی نہیں سکتی, میں بیٹھتی ہوں تو یہ دھکے مارتے ہیں. پھر تو لے گئی تو اس نے دیکھا کہ اس نے طلائی بالیاں پہنی تھی, اس نے دونوں ہاتھوں سے ڈال کر نہیں ہو تو اس کے کان پھٹ گئے یہاں سے, تو غائب ہے. مطلب وہ بیچاری کتنی مجبور ہوگی جو اس عمر میں خود آئی لینے کے لیے. اور پھر اس سے پولیس سوال پوچھ رہی کہ اماں جی تانوں کی لوڑ سی, تو سونے دیا بالیاں. پہلی بات تو یہ کہ یہ اس کا رائٹ نہیں ہے. ہاں. دوسری بات یہ
کہ ہو سکتا ہے وہ اس قدر لاوارث ہو کہ کسی کو وہ دے کر آ ہی نہ سکتی ہو. اس کو کہتے ہیں مرن جیون. یہ میرا مرن جیون ہے. تو میری لاسٹ رائٹس ہو سکتا ہے ان کے لیے یہ زاد راو. جی. تو پھر اس نے کہا کہ میرے شوہر کی نشانی ہے, میرے پاس اور کوئی چیز نہیں ہے, ورنہ شوہر کی نشانی تو اس کا بچہ ہوتا. یا تو بچہ کوئی ناخلف ہے اور یا پھر ہے ہی نہیں, سرے سے بے اولاد ہوگی. ضلالت کرنے والی اصل میں یہ جو عورت ہے, یہ کتنی کو ضرورت مند ہوگی کہ اس نے اپنی روح چند بالیوں کے عوض بیچ دی شیطان کو, اور وہ سمجھتی ہے کہ وہ اس سے ٹھیک ٹھاک ایفلوئنٹ ہو جائے گی. تمہاری زندگی اور میزریبل ہونے والی ہے بی بی, یو ہیڈ نو آئیڈیا. ہاں جی, ਕੀ ਹਾਲ ਤੁਹਾਡਾ? ٹھیک. ਇਹ ਸਾਡੀ ਮਹੱਲੇਦਾਰ ਨਹੀਂ ਹੈ ਜੀ, ਖਾਲਾ ਜੀ. اچھا, ਮੇਰੇ ਸਾਹਮਣੇ ਸਾਰਾ ਬਕੂਆ ਹੋਇਆ. تمہارے سامنے ہوا تو تم ایسے بے غیرت ہو کہ تم نے اسے یہ کرنے دیا. ਅੱਛਾ ਗੱਲ ਸੁਣ ਲਈ ਦੀ ਹੁੰਦੀ ਉੱਠੀਆਂ ਬੇਗੈਰਤ ਹੋ, ਲਾਨੇ ਹੋ, ਟਿਮਕੜੇ ਹੋ. ਸਰ ਜ਼ਾਹਿਰ ਗੱਲ ਵੀ ਉਸ ਟਾਈਮ ਮੈਂ ਇਹਦੇ ਵਾਸਤੇ ਕੁਝ ਕਰਨਾ ਚਾਹੁੰਦਾ ਤੇ ਕਰ ਸਕਦਾ ਸੀ. چلو تمہیں احساس بھی ہو گیا نا, ਆ ਗਿਆ. یہ بھی بڑی بات ہے کہ تمہیں احساس تو ہوا. ਮੈਂ ਉਸ ਟਾਈਮ 2 ਥੈਲੇ ਫੜੇ ਸੀ, ਮੈਂ ਮਾਈ ਨੂੰ ਬਚਾ ਨਹੀਂ ਸਕਿਆ ਆਟੇ ਦੇ. تو اس کے ہاتھ رکے ہوئے تھے نا, ہاں جی. مال غنیمت اٹھایا ہوا تھا اس نے. تو آپ تھیلے رکھ کے ان کو بچا لیتے. ਕਿਆ ਵਾ, ਉਸ ਤੋਂ ਬਾਅਦ ਥੈਲੇ ਨਹੀਂ ਸੀ ਲੱਭਣੇ. تو کوئی بات نہیں, مجمع لے جاتا. ਅਜਮਾ ਮੇਰਾ ਸਾਲਾ ਲੱਗਦਾ ਲੱਗਦਾ. ਮੈਂ ਆਟਾ ਰੱਖ ਕੇ ਮਾਈ ਬਚਾਉਣ ਗਿਆ, ਪਿੱਛੋਂ ਮੇਰਾ ਕੋਈ ਆਟਾ ਲੈ ਗਿਆ. اوئے ہوئے, ਮੈਂ ਫਿਰ ਮਾਈ ਵਾਲਾ ਲੈ ਗਿਆ. بے شرم آدمی, اس بیچاری کا. ਮੈਂ ਕਿਹਾ ਇਹ ਤੇ ਪਹਿਲੇ ਮੁਸੀਬਤ 'ਚ ਇਹ ਪਾਰ ਕਿਵੇਂ ਚੁੱਕੇਗੀ. اما جی آپ بتائیں کیا ہوا. ਮੈਂ ਕੀ ਦੱਸਾਂ ਜੀ, ਏਡੇ ਬਗੈਰਤ ਲੋਕ ਨੂੰ ਇਹ ਨਾਨੋ ਮਰਨਾ ਯਾਦ ਹੀ ਕੋਈ ਨਹੀਂ. نہیں اس میں یہ بھی شامل ہے جو تمہارا آٹا لے گیا تھا. ਹੋਰ ਕੀ, ਕੋਈ ਜਿੰਨਾ ਧਰੋਇਆ ਗਿਆ ਧਰੂ ਲਈ. ہر ایک کو جتنا دھرو سکتے ہو نا دھرو لو. میں محتاج ہوں کسی اور کا, مجھے کھینچتا کوئی اور ہے. صدقے جاواں. ਮੈਂ ਫਿਰ ਭਾਈਆਂ ਨੂੰ ਉੱਥੇ ਇਹ ਹੀ ਸ਼ੁਰੂ ਕੀਤਾ, ਮੈਨੂੰ ਨਾਲ ਪੈਸੇ ਵੀ ਹੋਏ, ਨਾਲ ਆਟਾ ਵੀ ਹੋਇਆ. ਮੈਂ ਆਟਾ ਭੁੱਲ ਗਿਆ, ਮੈਂ ਇੰਝ ਕਰਕੇ ਅੰਨਾ ਬਣ ਗਿਆ. ਮੈਂ محتاج ہوں کسی اور. ਆ 3000 ਮੈਨੂੰ ਹੋਇਆ, 1500 ਉਹਨੂੰ ਹੋ ਗਿਆ. اسے 1500 کیوں ہے؟ ਇਹਦੇ ਮੋਢੇ ਤੇ ਹੱਥ ਰੱਖਿਆ ਸੀ ਨਾ, ਮੈਂ محتاج. اچھا اندھے تم بنے ہوئے تھے. ਹਾਂਜੀ ਜੀ ਜੀ. ਇਹ ਲੰਗੜਾ ਬਣਿਆ ਸੀ ਔਰ ਇਹ ਸਮ ਤੇ ਥੱਲੇ ਜਾਂਦਾ ਸੀ. ਮੈਂ محتاج ہوں کسی اور. ਇਹ ਲੰਗੜਾ ਬਣ ਜਾਂਦਾ ਭਾਜੀ, ਇਹ ਮਾਈ ਉੱਥੇ ਲਾਸ਼ ਬਣ ਜਾਂਦੀ. ਹੁਣ ਅਸੀਂ ਗਰੁੱਪ ਬਣਾ ਲਿਆ, ਅਸੀਂ ਤੇ ਆਪਣੇ ਬੈਨਰ ਤੇ ਲਿਖਿਆ ਹਰ ਟਰੱਕ ਸੇ ਲੰਗੜਾ ਨਿਕਲੇਗਾ. ਮੈਨੂੰ ਇਹਨਾਂ ਤੇ ਬੜਾ ਵਾਟੇ ਭਾਏ ਨੇ. ਉੱਥੇ ਗੱਲ ਪਤਾ ਕੀ ਹੈ, ਇਕੱਲਾ ਬੰਦਾ ਹੈ ਸਾਈਕਲ ਤੇ, ਉਹਨੇ ਪਿੱਛੇ ਆਟੇ ਦੇ ਤੋੜੇ, ਅੱਗੇ ਘਿਓ ਚ ਨਹੀਂ ਟੰਗਿਆ. ਮੈਂ ਕਿਹਾ ਓਏ ਮੁੱਲੇ ਆਇਆ, ਕਹਿੰਦਾ ਨਹੀਂ ਰਾਸ਼ਨ ਵਾਲੀ ਜਗ੍ਹਾ ਤੋਂ. ਉਹ ਮੈਂ ਕਿਹਾ ਸ਼ਰਮ ਕਰ ਕੋਈ, ਤੂੰ ਕੱਲਾ ਇੰਨਾ ਸਮਾਨ ਲੈ ਆ ਮਰੇ ਤੇ ਬਾਕੀ ਲੜਾਈਆਂ ਹੀ ਹੋਣੀਆਂ, ਤੂੰ ਆਪਣਾ ਕਿ ਛਾਪਰ ਫੜ ਤੇ ਆਈਆ ਘਰ. ਉਹਨੇ ਫਿਰ ਇਸ ਜ਼ਾਤ ਦੀ ਇਹਦੇ ਕਲੇਜੇ 'ਚ ਲੱਤ ਮਾਰੀ, ਇਹ ਮਜ਼ੀਦ ਗੰਜਾ ਹੋ ਗਿਆ. 2-3 ਜਣਿਆਂ ਨੇ ਮੈਨੂੰ ਬਿਸਤ ਵੀ ਕੀਤਾ ਚੰਗਾ ਭਲਾ, ਮਗਰ ਮੈਂ ਫਾਈਟ ਕੀਤੀ ਹੈ. ਵੀ ਸ਼ਰਮ ਕਰੋ ਕੋਈ ਯਾਰ. ਤੂੰ ਫਾਈਟ ਕੀਤੀ, ਤੂੰ ਬਰੂਸਲੀ ਦਾ ਸਾਲਾ. ਆਈ ਉਹਨਾਂ ਨੂੰ ਤੇ ਪੁੱਛ ਲਓ, ਵਿਚਾਰੇ ਦੀ ਬਾਲੀਆਂ ਚੋਰੀ ਹੋ ਗਈਆਂ. اما جی آپ دکھائیں نا, آپ کا یہ کوئی نظر آ رہا ہے, یہ آپ نے پٹیاں باندھی کیا ہے؟ ਧਰੂ ਤੇ ਵਾਲੀਆਂ ਲਾਈਆਂ ਤੂੰ. अम्मा जी सुनाई ठीक देते हैं आपको? ਤੂੰ ਕਿੱਥੋਂ ਦਾ ਸਾਇੰਸਦਾਨ ਹੈ? ਇਹ ਨਾ ਸੁਣਾਈ ਨਾਲ ਕੋਈ ਤਲਾਕ ਹੈ ਭਲਾ? یار یہ نیچے لویں ہیں نا, جو अच्छा अच्छा. کان کی لویں. ਔਰ ਮਾਈ ਦੀਆਂ ਲਵੇਂ ਇਤਨੀਆਂ ਬੁੱਢੀ ਹੋ ਚੁੱਕੀ ਸੀ ਨਾ, ਮਾਈ ਦੀ ਲਵੀ ਲਵੇਂ ਥੀ. ਉਹ ਵੈਸੇ ਹੀ ਲਮਕੀਆਂ ਸੀ, ਉਹਨੇ ਐਵੇਂ ਖਿੱਚੀ ਪਾਈ ਤੇ ਕੋਲੋਂ ਵਾਹ. ਸਾਈਡ ਉੱਥੇ ਖਲੋਤਾ, ਇਸ ਨਹੀਂ ਬਚਾਇਆ ਮੈਨੂੰ. ਮੈਂ ਦੱਸੀ ਤੇ ਜਾਣਾ, 2 ਤੋੜੇ ਮੇਰੇ ਕੋਲ ਸੀ, ਨਾਲ ਘਿਓ ਸੀ ਇਧਰ. میں بھی دسی جانا ਕੀ ਭਾਈ? کہ تم بے غیرت ہو. کہتے ہیں غیرت جوش کیوں نہیں مارتی. وہ غیرت ہو تو جوش مارے نا. ان کا بھی قصور نہیں ہے, یہ انڈر پریولیجڈ ہیں. تعلیم ایک پریولیج ہے جس سے یہ محروم ہے. آپ کے پروفیسروں نے, آپ کے اساتذہ نے, آپ کے اوپینین لیڈرز نے, انفلوئنسرز نے اپنے اکاؤنٹ تو بڑے تگڑے کر لیے ہیں, اپنے سبسکرائبرز میں تو اضافہ کر لیا ہے, تنخواہیں بڑھا لی ہیں. کبھی محلوں میں جا کر آپ نے پڑھانے کی زحمت کی ہے؟ اور اس تجاہل کا ارتکاب بشمول میرے ہم سب کر رہے ہیں. اس لیے میں انہیں بھی کوئی اتنا قصوروار نہیں سمجھتا کہ نعمت ہے نا, تعلیم بھی, تربیت بھی نعمت ہے جس سے یہ محروم ہے. ਉਹ ਭਾਈ ਜੀ ਨਾ ਅਸੀਂ ਪੜ੍ਹੇ ਲਿਖੇ, ਨਾ ਕਿਸੇ ਨੇ ਤਰਬੀਅਤ ਕੀਤੀ, ਇਹ 'ਚ ਸਾਡਾ ਕੀ ਕਸੂਰ ਹੈ? یہی میں عرض کر رہا ہوں بھائی جان. ਉਹ ਉਸ ਵੇਲੇ ਕੋਮੇ ਸੀ ਸਾਲਿਆ. ਨਹੀਂ ਰੋਸ਼ਨੀ ਸਕੂਲ میں ਪੜ੍ਹਿਆ. نئی روشنی اسکول ایک اچھا انیشیٹو تھا. ਹਾਂਜੀ, ਮੈਂ ਇੱਕ ਜਮਾਤ ਪੜ੍ਹਿਆ ਵਾ ਪੱਕੀ, ਕੱਚੀ ਚੋਂ ਪੱਕੀ ਚ ਹੋਇਆ. ਉਸ ਤੋਂ ਬਾਅਦ ਮੇਰਾ ਅੱਬਾ ਮਰ ਗਿਆ, ਤੇ ਮੈਂ ਦੂਸਰੀ ਚ ਹੋਇਆ, ਮੇਰੀ ਅੰਮੀ ਮਰ ਗਈ. ਤੀਸਰੀ ਚ ਹੋਇਆ, ਮੇਰਾ ਫੁੱਫਾ ਮਰ ਗਿਆ. ਪੂਰਾ ਖਾਨਦਾਨ ਨਈ ਰੋਸ਼ਨੀ ਨੇ ਕਤਲ ਕੀਤਾ. ਇਹਨੇ ਪੂਰੇ ਖਾਨਦਾਨ ਦੇ ਕਤਲ ਦਾ ਪਰਚਾ ਮੁਹੰਮਦ ਖਾਨ ਜਨੇਜੋ ਤੇ ਕਰ ਦਿੱਤਾ. پروگرام اس کا تھا نا نئی روشنی اسکول. محمد خان جنیجو یار ایک نیک نام آدمی. ਭਾਜੀ ਮੈਂ 7ਵੀਂ ਤੱਕ ਪਹੁੰਚਿਆ, ਮੇਰਾ ਅੱਧਾ ਖਾਨਦਾਨ ਮਰ ਗਿਆ. ਮੈਂ ਕਿਹਾ ਲਾਨਤ ਐਸੀ ਪੜ੍ਹਾਈ.
ਬਾਅਦ ਚ ਇਹਦੇ ਰਿਸ਼ਤੇਦਾਰ ਇਹਦਾ ਧਿਆਨ ਰੱਖਣ ਲੱਗ ਪਏ। ਕਿਉਂ? ਇਹ ਸਕੂਲ ਵੜਦਾ ਸੀ, ਉਹ ਹਸਪਤਾਲ ਦਾਖਲ ਹੋ ਜਾਂਦੇ ਸੀ। ਮੈਨੂੰ ਤਾਂ ਇੱਕ ਦੋ ਬਿਮਾਰ ਬਾਬਿਆਂ ਨੇ ਕਿਹਾ ਵੀ ਉਹ ਸਕੂਲ ਤੇ ਨਹੀਂ ਜਾਂਦਾ। अच्छा जी, एक सवाल, खातून कुछ पूछना चाह रही हैं जी। अस्सलाम वालेकुम, मेरा नाम अतिया है, मैं एक हाउसवाइफ हूँ। अच्छा, मेरी बहन का नाम अतिया है वैसे। अच्छा, मेरी एक ही बहन है और उसका नाम अतिया है। अच्छा, आप अपने शो में रेसिपीज़ के बारे में बहुत बताते हैं, तो जब ट्राई करते हैं उस तरह की बनती नहीं है। आज कितने लोग हैं जो नावल लिखते हैं? लातादाद लोग हैं नावल लिख रहे हैं, टिका के लिख रहे हैं। उनमें से किसी ने उदास नस्लें नहीं लिखा। वो तासीर नहीं रही। नॉट दैट कि मैं अपने आप को अब्दुल्ला हुसैन समझता हूं, वो मकाम उनका है, लेकिन मैं जब कुकिंग कर रहा होता हूं ना, मेरा मतमा नज़र ये हरगिज़ नहीं होता कि मैंने खुद खाना है, एंजॉय करना है। मेरा मतमा नज़र ये होता है कि खाने वाला जो है ना, उसके पास भागने की जगह ना हो। भाई जी तुसी लेना तवा ते दूर खलोगे ना तुसी मक्खन लेना है इन्ना बड़ा, और बच्चे बुच्चे परे करके ना ते सीधा तवे ते सुटना है। अगर मग नीचे गिर जाता ना तो उन्होंने तुम्हें नीचे सुट देना। ਉਹ ਪਿੱਛੇ ਵੇ ਤੌਬਾ ਡੱਡੂ ਨੂੰ ਹੈਜ਼ਾ ਹੋਇਆ। माशे को कह रहा है। ਹੋਰ ਮੈਂ ਫਾਰੀਆ ਨੂੰ ਕਹਿਣਾ ਅੰਮਾ ਜੀ ਤੁਸੀਂ ਮੇਰੀ ਮਾਂ ਬਚਾਓ, ਹਾਂ ਬਲਕਿ ਤੁਸੀਂ ਮੇਰੇ ਪਿਓ ਬਚਾਓ। ਅੰਮਾ ਵੈਸੇ ਇੱਕ ਆਈਡੀਆ ਹੈਗਾ ਜੀ, ਸਾਡੇ ਨਾਲ ਆ ਜਾ, ਅਸੀਂ ਤੈਨੂੰ ਗੱਡੀ ਬਿਠਾ ਦੇਣਾ, ਤੈਨੂੰ ਕੁਝ ਨਹੀਂ ਕਰਨਾ ਪੈਣਾ, ਅਸੀਂ ਸਿਰਫ ਨਾਰੇ ਲਾਉਣੇ, ਅੰਮਾ ਤੇਰੇ ਜਾਨ ਨਿਸਾਰ ਬੇਸ਼ੁਮਾਰ ਬੇਸ਼ੁਮਾਰ, ਅੰਮਾ ਤੇਰੇ ਜਾਨ ਨਿਸਾਰ बेशुमार बेशुमार। फजूल बातें कर रहे हो। ਹਾਂਜੀ ਇਸ ਇੱਕ ਨਾਰੇ ਨੇ ਪੀਟੀਆਈ ਦਾ ਗ੍ਰਾਫ ਕਿੱਥੇ ਲੈ ਗਿਆ? ਅੰਮਾ ਤੇਰੇ ਜਾਨ ਨਿਸਾਰ बेशुमार बेशुमार, अम्मा तेरा एक इशारा हाजिर हाजिर लहू हमारा, अम्मा तेरा एक इशारा हाजिर हाजिर लहू हमारा। और ਇਹੋ ਜੀ ਅੰਮਾ ਇਸ਼ਾਰਾ ਕਰ ਦਿੰਦੀ ਹੁੰਦੀ। Continue Hazrat, we'll take a break. Stay with us. वेलकम बैक। ख़वातीन हज़रात, नात रसूल मकबूल सल्लल्लाहु अलैहि वसल्लम पेश करेंगे मोहम्मद असलम अनस कादरी। गुंबदे खज़रा के दामन की हवा मांगी है, हमने मरने की मदीने में दुआ मांगी है, हमने मरने की मदीने में दुआ मांगी है, जिंदगी मांगी किसी ने तो किसी ने जन्नत, जिंदगी मांगी किसी ने तो किसी ने जन्नत, हम फकीरों ने मदीने की हवा मांगी है, हमने मरने की मदीने में दुआ मांगी है, अल-मदद या नबी उम्मत ने तुम्हारी तुमसे, अल-मदद या नबी उम्मत ने तुम्हारी तुमसे, काली कमली की पना बगैर खुदा मांगी है, हमने मरने की मदीने में दुआ मांगी है, मर्ज बढ़ता नहीं मिट जाता है,
इशरातुन का मर्ज बढ़ता नहीं मिट जाता है इशरातुन का जिसने दरबार मोहम्मद से शिफा मांगी है हमने मरने की मदीने में दुआ मांगी है गुंबदे खज़रा के दामन की हवा मांगी है हमने मरने की मदीने में दुआ मांगी है हमने मरने की मदीने में दुआ सुभान अल्लाह जी, सुभान अल्लाह, सुभान अल्लाह।